ਚਲੋ ਜੀ, ਫਿਰ ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ 'ਚ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ, ਜਿੱਥੋਂ ਕਿ ਅਸੀਂ ਸਰਦਾਰ ਨਿਰਮਲ ਸਿੰਘ ਖੱਖ ਹੋਣਾ ਦੇ ਨਾਲ ਗੱਲ ਕਰਾਂਗੇ, ਕਿਉਂਕਿ ਕਾਫੀ ਸਾਰੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਉੱਥੇ ਗਏ ਹੋਏ ਨੇ, ਤੁਹਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ। ਥੋੜ੍ਹਾ ਜਿਹਾ ਅਸੀਂ ਮੌਸਮ ਦੇ ਬਾਰੇ ਵੀ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਉੱਥੋਂ ਦੇ ਆਬੋ ਹਵਾ ਬਾਰੇ ਬੜੀ ਗੱਲ ਹੁੰਦੀ ਹੈ ਕਿ ਪਾਣੀ ਬਹੁਤ ਗੰਦਲਾ ਹੋ ਗਿਆ, ਹਵਾ ਬਹੁਤ ਗੰਦਲੀ ਹੋ ਗਈ, ਪਰ ਇਹਨੂੰ ਸਾਫ਼ ਰੱਖਣ ਲਈ ਲੋਕ ਉੱਥੇ ਬਹੁਤੇ ਕੋਈ ਸਰਗਰਮ ਨਜ਼ਰ ਵੀ ਨਹੀਂ ਆ ਰਹੇ। ਇਸ ਦੇ ਨਾਲ ਹੀ ਸੜਕਾਂ 'ਤੇ ਨਿੱਤ ਦਿਨ ਵਾਪਰ ਰਹੇ ਹਾਦਸੇ, ਅਬੋਹਰ ਦੇ ਲਾਗੇ ਫਿਰ ਬਹੁਤ ਵੱਡਾ ਹਾਦਸਾ ਵਾਪਰਿਆ, ਜਿੱਥੇ ਕਿ ਇੱਕੋ ਹੀ ਪਰਿਵਾਰ ਦੇ 4 ਲੋਕ ਮਾਰੇ ਗਏ ਨੇ। ਸੋ ਅਜਿਹੀਆਂ ਘਟਨਾਵਾਂ ਵਾਪਰਨੀਆਂ ਜਾਰੀ ਨੇ, ਭਾਵੇਂ ਕਿ ਸਾਲ ਨਵਾਂ ਹੈ, ਖਬਰਾਂ ਪੁਰਾਣੇ ਸਾਲ ਵਰਗੀਆਂ ਜਿਹੜੀਆਂ ਇਹ ਲਗਾਤਾਰ ਆਉਣੀਆਂ ਜਾਰੀ ਹਨ। ਤੇ ਪ੍ਰੋਗਰਾਮ ਦੇ ਵਿੱਚ ਅਸੀਂ ਸਰਦਾਰ ਨਿਰਮਲ ਸਿੰਘ ਜੀ ਖੱਖ, ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਕਿ ਤੁਸੀਂ ਸਮਾਂ ਕੱਢਿਆ ਤੇ ਪ੍ਰੋਗਰਾਮ ਦੇ ਵਿੱਚ ਆਏ ਹੋ। ਸੋ ਲੱਗਦਾ 7 ਵਜੇ ਨੇ ਸਵੇਰ ਦੇ, ਤੇ ਕਿਸ ਤਰ੍ਹਾਂ ਦਾ ਮੌਸਮ ਹੈ ਜੀ ਇਸ ਵੇਲੇ ਕਪੂਰਥਲਾ, ਇਹ ਜੋ ਜ਼ਿਲ੍ਹਾ ਲਗਭਗ, ਤੇ ਇਸ ਨਾਲ ਲੱਗਦੇ ਇਲਾਕਿਆਂ ਦੇ ਵਿੱਚ? ਇਸ ਵੇਲੇ ਜੌਲ ਸਾਹਿਬ ਬੱਦਲ ਪੂਰੀ ਤਰ੍ਹਾਂ ਛਾਏ ਹੋਏ ਆ ਤੇ ਬਾਰਿਸ਼ ਦੇ ਆਸਾਰ ਬਣ ਰਹੇ ਆ ਜੀ। ਅੱਛਾ, ਬਾਰਿਸ਼ ਦੇ ਆਸਾਰ ਬਣ ਰਹੇ ਆ, ਲੇਕਿਨ ਕਿ ਤੇ ਫਿਰ ਕਣਕਾਂ ਵਗੈਰਾ ਦਾ ਕੀ ਹਾਲ ਹੈ? ਹਾਂਜੀ, ਕਣਕ ਦੀ ਜਿਹੜੀ ਫਸਲ ਹੈ, ਕਣਕ ਦੀ ਫਸਲ ਇਸ ਵੇਲੇ ਮਤਲਬ ਬਿਲਕੁਲ ਠੀਕ ਆ, ਪਰ ਕੁਝ ਸਮਾਂ ਪਹਿਲਾਂ ਬਾਰਿਸ਼ਾਂ ਪੈਣ ਦੇ ਨਾਲ ਜਿਹੜੇ ਨੀਵੇਂ ਥਾਂ ਸੀਗੇ ਉਹਨਾਂ ਵਿੱਚ ਪਾਣੀ ਭਰ ਜਾਣ ਕਰਕੇ ਜਿਹੜਾ ਆ ਕਣਕ ਦਾ ਡਰ ਪੈ ਗਿਆ ਵੀ ਉਹ ਕਣਕ ਮਾਰੀ ਨਾ ਜਾਵੇ। ਪਰ ਇਸ ਵਾਰ ਥੋੜਾ ਜਿਹਾ ਕਿਸਾਨਾਂ ਨੇ ਪਤਾ ਲੱਗਾ ਸੀਗਾ, ਜਿਸ ਤਰ੍ਹਾਂ ਤੁਸੀਂ ਤਾਂ ਕਾਫੀ ਫਸਲੀ ਵਿਭਿੰਨਤਾ ਤੁਹਾਡੇ ਡੇਰੇ ਤੇ ਕਈ ਵਾਰੀ ਅਸੀਂ ਆ ਕੇ ਦੇਖਿਆ ਵੀ ਹੈ ਕਿ ਤੁਸੀਂ ਫੁੱਲਾਂ ਦੀ ਖੇਤੀ ਵੀ ਕਰਦੇ ਹੋ, ਸਬਜ਼ੀਆਂ ਵੀ ਉੱਥੇ ਤੁਸੀਂ ਲਗਾਉਂਦੇ ਹੋ, ਕਾਫੀ ਕੁਝ ਕਰਦੇ ਹੋ। ਲੇਕਿਨ ਕਿ ਇਸ ਵਾਰ ਇੱਕ ਨਵਾਂ ਤਜਰਬਾ ਪਤਾ ਲੱਗਾ ਜੀ ਕਿ ਕਣਕ ਦੇ ਵਿੱਚ ਲੋਕੀ ਸਰੋਂ ਤਾਂ ਬਹੁਤ ਬੀਜਦੇ ਸੀਗੇ, ਪਰ ਐਤਕੀ ਕੁਝ ਕਿਸਾਨਾਂ ਨੇ ਪੂਤਨਾ ਬੀਜਣ ਦੀ ਕੋਸ਼ਿਸ਼ ਕੀਤੀ ਕਣਕ ਦੇ ਵਿੱਚ। ਸਫਲ ਹੋਇਆ ਯਤਨ ਜੀ? ਜੌਲ ਸਾਹਿਬ, ਫਸਲੀ ਵਿਭਿੰਨਤਾ ਨੂੰ ਮਤਲਬ ਅਪਣਾਉਣ ਵਾਸਤੇ ਕਿਸਾਨ ਕੋਈ ਨਾ ਕੋਈ ਯਤਨ ਕਰਦੇ ਰਹਿੰਦੇ ਆ। ਮਤਲਬ ਇਹ ਆ ਕਿ ਜ਼ਿਮੀਂਦਾਰ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਵੱਧ ਤੋਂ ਵੱਧ ਫਸਲ ਲੈ ਕੇ ਆਮਦਨ ਦਾ ਜ਼ਰੀਆ ਬਣਾ ਸਕੀਏ। ਸੋ ਇਹ ਵੀ ਇੱਕ ਤਰ੍ਹਾਂ ਦਾ ਬੜਾ ਵਧੀਆ ਸਫਲ ਤਜਰਬਾ, ਕਿਉਂਕਿ ਕਣਕ ਜਿਹੜੀ ਆ ਉਹ ਅਪ੍ਰੈਲ ਦੇ ਵਿੱਚ ਵੱਢੀ ਜਾਣੀ ਆ ਤੇ ਪੂਤਨਾ ਜਿਹੜਾ ਆ ਉਹ ਗਾਂ ਮਤਲਬ ਵੀ ਮਈ ਜੂਨ ਦੇ ਵਿੱਚ ਜਾ ਕੇ ਅੱਗੇ ਤੋਂ ਤਿਆਰ ਹੋ ਜਾਣਾ ਹੈ ਜੀ। ਅੱਛਾ, ਠੀਕ ਹੈ ਜੀ। ਤੇ ਧੁੰਦਾਂ ਵਗੈਰਾ ਦਾ ਕੀ ਹਾਲ ਹੈ ਹੁਣ? ਇਸ ਵੇਲੇ ਧੁੰਦ ਜਿਹੜੀ ਆ ਸਾਡੇ ਪੰਜਾਬ ਦੇ ਵਿੱਚ ਹੁਣ ਬਹੁਤ ਘੱਟ ਗਈ ਆ, ਕਿਉਂਕਿ ਜਦੋਂ ਬੱਦਲ ਦਾ ਇਹ ਮੌਸਮ ਇਸ ਵੇਲੇ ਚੱਲ ਰਿਹਾ ਆ, ਇਸ ਕਰਕੇ ਜਿਹੜੀ ਧੁੰਦ ਆ ਹੁਣ ਇਸ ਵੇਲੇ ਬਹੁਤ ਘੱਟ ਆ। ਅੱਛਾ, ਧੁੰਦ ਘੱਟ ਆ, ਪਰ ਜਿਹੜੇ ਹਾਦਸੇ ਆ, ਐਕਸੀਡੈਂਟ ਆ ਰੋਡਸ ਤੇ, ਇਹ ਧੜਾ ਧੜ ਵਾਪਰਨੇ ਜਾਰੀ ਆ, ਇਹਦਾ ਕੀ ਕਾਰਨ ਆ ਜੀ? ਇਹਦੇ ਜੌਲ ਸਾਹਿਬ ਬੜੇ ਕਾਰਨ ਆ, ਜਿਹਦੇ ਵਿੱਚੋਂ ਇਸ ਵੇਲੇ ਸਰਦੀਆਂ 'ਚ ਖਾਸ ਤੌਰ ਤੇ ਜਿਹੜੀ ਧੁੰਦ ਆ ਉਹ ਮੇਨ ਕਾਰਨ ਬਣਦੀ ਆ। ਤੇ ਦਿਨੋਂ ਦਿਨ ਵੱਧਦੀ ਜਿਹੜੀ ਸਾਡੀ ਆਵਾਜਾਈ ਆ ਤੇ ਸਾਡੀਆਂ ਅਣਗਹਿਲੀਆਂ ਕਰਕੇ ਵੀ ਜਿਹੜੇ ਹਾਦਸੇ ਪਰਿਵਾਰ ਜਿਹੜੇ ਆ ਉਹ ਇਹ ਮੌਤ ਦੇ ਮੂੰਹ ਤੇ ਜਾ ਪੈਂਦੇ ਆ। ਸੋ ਉਹਦੇ ਨਾਲ ਜਿੱਥੇ ਸਾਡੀ ਆਪਣੀ ਅਣਗਹਿਲੀ, ਉੱਥੇ ਜੋ ਸਾਡੀ ਸਰਕਾਰ ਆ ਉਹਨਾਂ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਆ, ਸੜਕਾਂ ਨੂੰ ਨਾ ਚੌੜਾ ਕਰਨਾ ਜਾਂ ਸੜਕਾਂ ਦੀ ਮੁਰੰਮਤ ਨਾ ਕਰਨੀ, ਇਹ ਵੀ ਜਿਹੜੀ ਇੱਕ ਸੜਕਾਂ ਵਿੱਚ ਖੱਡੇ ਹੋਣ ਕਰਕੇ ਵੀ ਹਾਦਸਿਆਂ ਦਾ ਕਾਰਨ ਬਣਦੀਆਂ ਜੀ। ਪਰ ਇਹਦੇ ਬਾਰੇ ਬੀਬੀ ਜਗੀਰ ਕੌਰ ਜੀ ਨਾਲ ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀਗਾ। ਉਹ ਕਹਿੰਦੇ ਜੀ ਸੜਕਾਂ ਅਸੀਂ ਬਹੁਤ ਵਧੀਆ ਬਣਾ ਰਹੇ ਹਾਂ, ਪਰ ਲੋਕ ਜਿਹੜਾ ਆਪਣੀ ਰਫ਼ਤਾਰ ਨੂੰ ਕੰਟਰੋਲ ਕਰਨ ਤੇ ਬੜਾ ਵਧੀਆ ਸੜਕਾਂ ਤੇ ਚੱਲਿਆ ਜਾ ਸਕਦਾ, ਏਡੀ ਕੋਈ ਵੱਡੀ ਗੱਲ ਨਹੀਂ ਹੈ। ਸੜਕਾਂ ਜਿੰਨੀਆਂ ਮਰਜ਼ੀ ਚੌੜੀਆਂ ਕਰਾ ਲਓ, ਜੇ ਲੋਕਾਂ ਨੇ ਮਤਲਬ ਚੱਲਣਾ ਹੀ ਨਹੀਂਗਾ ਚੱਜ ਨਾਲ ਸੜਕਾਂ ਦੇ ਉੱਤੇ, ਤੇ ਫਿਰ ਬਹੁਤ ਔਖਾ। ਇਸ ਦੇ ਨਾਲ ਹੀ ਲੇਕਿਨ ਕਿ ਆਪਾਂ ਬਹੁਤ ਵਾਰ ਦੇਖਦੇ ਹਾਂ ਕਿ ਅਬੋਹਰ ਦੇ ਵਿੱਚ ਵੀ ਜਿਹੜੇ 4 ਲੋਕ ਮਰੇ ਇੱਕੋ ਪਰਿਵਾਰ ਦੇ, ਆ ਪਿੱਛੇ ਜਦੋਂ ਗੁਰਦਾਸਪੁਰ ਪਠਾਨਕੋਟ ਦੇ ਲਾਗੇ ਹਾਦਸਾ ਹੋਇਆ ਸੀਗਾ, ਇੱਕੋ ਪਰਿਵਾਰ ਦੇ ਉੱਥੇ 5 ਮਰੇ ਸੀਗੇ, ਉਹ ਵੀ ਵਿਆਹ ਤੋਂ ਆ ਰਹੇ ਸੀਗੇ। ਇਹ ਅਬੋਹਰ ਵਾਲੇ ਵੀ ਹੁਣ ਵਿਆਹ ਚੱਲੇ ਸੀਗੇ ਰਾਜਸਥਾਨ। ਤੇ ਇਸ ਤੋਂ ਪਹਿਲਾਂ ਜਿੰਨੇ ਵੀ ਹਾਦਸੇ ਵਾਪਰਦੇ ਆ 80% ਇਹੀ ਹੁੰਦਾ ਜੀ, ਵਿਆਹ ਤੋਂ ਆ ਰਹੇ ਸੀਗੇ, ਵਿਆਹ ਤੇ ਜਾ ਰਹੇ ਸੀਗੇ, ਗੁਰਦੁਆਰੇ ਵੱਲ ਨੂੰ ਜਾ ਰਹੇ ਸੀ, ਗੁਰਦੁਆਰੇ ਵੱਲੋਂ ਆ ਰਹੇ ਸੀ, ਫਲਾਨੀ ਜਗ੍ਹਾ ਮਾਤਾ ਤੇ ਚੱਲੇ ਸੀ, ਉਧਰ ਨੂੰ ਟਰੱਕ ਭਰ ਕੇ ਐਂ ਤੁਰੇ ਹੋ ਸੀਗੇ, ਇੱਧਰ ਨੂੰ ਟਰੈਕਟਰ ਟਰਾਲੀ ਲੈ ਕੇ ਇੱਦਾਂ ਲੋਕਾਂ ਦਾ ਵਿੱਚ ਹਜੂਮ ਇਕੱਠਾ ਕਰਕੇ ਜਾ ਰਹੇ ਸੀਗੇ। ਇਹ ਜਿਹੜੀ ਬੇਲੋੜੀ ਆਵਾਜਾਈ ਲੋਕਾਂ ਨੇ, ਵਿਹਲਿਆਂ ਨੇ ਸੜਕਾਂ ਤੇ ਰਸ਼ ਕੀਤਾ ਹੋਇਆ, ਇਹਦਾ ਕਿੰਨਾ ਕੁ ਕੰਟਰੀਬਿਊਸ਼ਨ ਆ ਕਿ ਸੜਕਾਂ ਤੇ ਹਾਦਸੇ ਵਾਪਰਦੇ ਆ? ਜੌਲ ਸਾਹਿਬ, ਤੁਸੀਂ ਬਿਲਕੁਲ ਠੀਕ ਗੱਲ ਕਹੀ ਆ। ਸਾਡੇ ਲੋਕ ਜਿਹੜੇ ਇੱਧਰ ਆ ਬਹੁਤੇ ਇਹ ਜਿਹੜੀ ਧਾਰਮਿਕ ਡੇਰੇਵਾਦ ਜਾਂ ਦਿਨਾਂ ਤਿਉਹਾਰਾਂ ਤੇ ਜਾਣ ਵਾਲੇ ਲੋਕ ਜਿਹੜੇ ਆ ਉਹ ਵੀ ਸਾਡੀ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਰਹੇ ਆ। ਰਹੀ ਗੱਲ ਟਰੈਕਟਰਾਂ ਦੀ, ਟਰਾਲੀਆਂ ਦੀ, ਰੇਹੜਿਆਂ ਦੀ, ਇਹ ਵੀ ਸਾਡੇ ਜਿਹੜੇ ਆ ਨਾ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਆ। ਸੋ ਗੱਲ ਇਹ ਆ ਕਿ
ਦਿਨ ਬ ਦਿਨ ਜਿਹੜਾ ਸਾਡਾ ਆਵਾਜਾਈ ਦਾ ਜਿਹੜਾ ਆ ਵਾਧਾ ਹੋਈ ਜਾਣਾ, ਸੜਕਾਂ ਦਾ ਸੀਮਤ ਹੋਣਾ, ਫਿਰ ਸਾਡੀ ਜਿਹੜੀ ਇੱਕ ਦੂਜੇ ਨੂੰ ਅੱਗੇ ਲੰਘਣ ਦੀ ਕਾਹਲ, ਇਹ ਜਿਹੜੇ ਬਹੁਤ ਕਾਰਨ ਆ ਜਿਹੜਾ ਕਿ ਸਾਡੇ ਕਈ ਟੱਬਰਾਂ ਦੇ ਟੱਬਰ ਜਿਹੜੇ ਆ ਉਹ ਹਾਦਸਿਆਂ ਦੇ ਮੂੰਹ 'ਚ ਚਲੇ ਜਾਂਦੇ ਆ। ਖਾਸ ਤੌਰ ਤੇ ਅੱਜ ਕੱਲ੍ਹ ਜਿਹੜਾ ਮੌਸਮ ਸਾਡਾ ਹੈ ਵਿਆਹਾਂ ਸ਼ਾਦੀਆਂ ਦੇ ਵਿੱਚ, ਉਹ ਪੈਲਸਾਂ ਦੇ ਵਿੱਚੋਂ ਜਦੋਂ ਵਾਪਸੀ ਆਉਂਦੀ ਆ, ਸ਼ਰਾਬ ਪੀਤੀ ਹੁੰਦੀ ਆ, ਸੋ ਪਰਿਵਾਰਾਂ ਦੇ ਪਰਿਵਾਰ ਜਦੋਂ ਇਹੋ ਜਿਹੇ ਫੰਕਸ਼ਨਾਂ ਤੋਂ ਵਾਪਸ ਆਉਂਦੇ ਆ, ਤੇ ਤੁਸੀਂ ਜਦੋਂ ਕਿ ਜ਼ਿਕਰ ਕੀਤਾ ਆ ਕਿ ਇਹ ਪਰਿਵਾਰ ਜਿਹੜੇ ਆ ਬੋਰ ਸਾਈਡ ਤੋਂ ਗੁਰਦਾਸਪੁਰ ਤੋਂ ਜਾਂ ਸਾਡੇ ਇਸ ਏਰੀਏ ਦੇ ਵਿੱਚ ਵੀ ਇੱਦਾਂ ਦੇ ਹਾਦਸੇ ਵਾਪਰੇ ਆ, ਉਹ ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੋਂ ਆਣ ਕੇ ਸ਼ਰਾਬ ਨਾਲ ਰੱਜੇ ਹੋਣਾ ਵੀ ਇੱਕ ਕਾਰਨ ਬਣਦਾ। ਸੋ ਆਵਾਜਾਈ ਦੇ ਨਾਲ ਜਿੱਥੇ ਸਾਡੇ ਟ੍ਰੈਫਿਕ ਦੇ ਵਿੱਚ ਕਈ ਕਾਰਨ ਬਣਦੇ ਆ, ਇਹ ਜਿਹੜਾ ਆ ਸਾਡੇ ਦਿਨ ਬ ਦਿਨ ਜਿਹੜੀ ਹਾਦਸਿਆਂ ਦੀ ਗਿਣਤੀ ਵਧਣੀ ਜਿਹੜੀ ਆ ਉਹਦੇ ਵਿੱਚ ਵੱਖੋ ਵੱਖਰੇ ਕਾਰਨ ਜਿਹੜੇ ਆ ਉਹ ਦਿਨ ਬ ਦਿਨ ਵੱਧਦੇ ਜਾ ਰਹੇ। ਖੱਖ ਸਾਹਿਬ, ਇਹ ਸ਼ਰਾਬ ਪੀ ਕੇ ਗੱਡੀ ਚਲਾਉਣਾ, ਚਲੋ ਅਸੀਂ ਸਰਕਾਰ ਦਾ ਪੱਖ ਨਹੀਂ ਪੂਰਦੇ, ਪਰ ਬਾਅਦ ਦੇ ਵਿੱਚ ਵੀ ਸਰਕਾਰ ਨੇ ਸੜਕਾਂ ਨਹੀਂ ਸੀ ਚੌੜੀਆਂ ਬਣਾਈਆਂ। ਮਤਲਬ ਸ਼ਰਾਬ ਪੀ ਕੇ ਗੱਡੀ ਆ ਬੰਦਾ ਆਪ ਚਲਾ ਰਿਹਾ, ਗਲਤੀ ਤਾਂ ਉਹਦੀ ਆਪਣੀ ਹੈ, ਤੇ ਫਿਰ ਸਰਕਾਰ ਦਾ ਕਸੂਰ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਗੱਲ ਸਰਕਾਰ ਦੀ ਸੜਕ ਦੀ ਜਾਂ ਇਹ ਮਤਲਬ ਨਹੀਂ ਹੈ, ਕਿਉਂਕਿ ਹਰ ਮਤਲਬ ਜਦੋਂ ਹਾਦਸਾ ਵਾਪਰਦਾ ਨਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਚਾਹੇ ਉਹ ਸ਼ਰਾਬ ਪੀਣ ਵਾਲੇ ਦਾ ਹੋਵੇ, ਮਤਲਬ ਗਲਤੀ ਹੋਵੇ। ਜਿੱਥੇ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਕਿਉਂਕਿ ਹੁਣ ਜਲੰਧਰ ਤੋਂ ਲੈ ਕੇ ਢਿਲਵਾਂ ਤੱਕ ਦਾ ਜਿਹੜਾ ਹਾਈਵੇ ਆ, ਜੇ ਉਹਦਾ ਅਸੀਂ ਨਜ਼ਾਰਾ ਅੱਜ ਵੇਖੀਏ ਤਾਂ ਉਹ ਇੰਨਾ ਲੱਗਦਾ ਕਿ ਸਰਕਾਰ ਜਿਹੜੀ ਆ ਸਾਰਾ ਕੁਝ ਕਰਾ ਕੇ ਇੱਥੇ ਇੱਕ ਇੰਨਾ ਕੁ ਟੋਟਾ ਕਿਉਂ ਛੱਡ ਕੇ ਬੈਠੀ ਆ। ਸੋ ਗੱਲ ਆ ਕਿ ਜਦੋਂ ਹਰ ਇੱਕ ਨੂੰ ਜਾਣ ਦੀ ਕੋਈ ਨਾ ਕੋਈ ਕਾਹਲ ਹੁੰਦੀ ਆ ਧੁੰਦ ਵਿੱਚ, ਜਾਂ ਮਤਲਬ ਕਿ ਇੱਦਾਂ ਦੀ ਜਿਹੜੀ ਗੱਲ ਹੁੰਦੀ ਆ ਵੀ ਜਿਹਦੇ ਵਿੱਚ ਗੱਡੀ ਨੂੰ ਆਪਣੀ ਨੂੰ ਗਾਂਹ ਕੱਢਣ ਦੀ ਕੋਸ਼ਿਸ਼ ਦੇ ਵਿੱਚ ਵੀ ਜਦੋਂ ਅੱਗੋਂ ਗੱਡੀ ਆਣ ਕੇ ਵੱਜਦੀ ਆ, ਤੇ ਉਹਦੇ ਵਿੱਚ ਜਿਹੜੇ ਆ ਇਹ ਗੈਰ ਜ਼ਿੰਮੇਵਾਰਾਨਾ ਜਿਹੜੇ ਸਾਡੇ ਲੋਕ ਆ ਉਹ ਵੀ ਹਾਦਸਿਆਂ ਦਾ ਬਹੁਤ ਵੱਡਾ ਕਾਰਨ ਬਣ ਰਹੇ। ਠੀਕ ਹੈ ਜੀ। ਸਰਦਾਰ ਨਿਰਮਲ ਸਿੰਘ ਜੀ ਖੱਖ ਸਾਡੇ ਨਾਲ ਲਾਈਨ ਤੇ ਬਣੇ ਹੋਏ ਨੇ। ਤੁਹਾਡੇ ਇੱਥੇ ਜੀ ਵੀ ਹਵਾ ਬਹੁਤ ਗੰਧਲੀ ਹੋ ਗਈ, ਤੁਹਾਡੇ ਇੱਥੇ ਪਾਣੀ ਬਹੁਤ ਗੰਧਲਾ ਹੋ ਗਿਆ। ਦੂਸਰੇ ਪਾਸੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਕਹਿੰਦੇ ਹੁੰਦੇ ਆ ਜਦੋਂ ਉਹਨਾਂ ਕੋਲ ਜਾਈਏ ਕਿ ਜੀ ਲੋਕ ਆਪ ਹੀ ਤਾਂ ਜਿਹੜਾ ਗੰਦਾ ਘਰ ਦਾ ਪਾਣੀ ਆ ਜਾਂ ਟੋਇਲਟਾਂ ਦਾ ਵੀ ਪਾਣੀ ਆ ਉਹ ਗਰਕਣੀਆਂ ਬਣਾ ਕੇ ਸਿੱਧਾ ਪਤਾਲ ਦੇ ਵਿੱਚ ਸਿੱਟੀ ਜਾਂਦੇ ਆਪੇ ਹੀ ਫਿਰ ਬਾਅਦ ਦੇ ਵਿੱਚ ਮੋਟਰਾਂ ਦੇ ਨਾਲ ਕੱਢ ਕੇ ਉਹਨੂੰ ਪੀ ਵੀ ਜਾਂਦੇ, ਉਹਦੇ ਨਾਲ ਹੀ ਨਹਾਈ ਜਾਂਦੇ, ਉਹਨੂੰ ਹੀ ਵਰਤੀ ਜਾਂਦੇ ਆ, ਆਪੇ ਹੀ ਫਿਰ ਬਾਅਦ ਦੇ ਵਿੱਚ ਕੁਰਲਾਈ ਜਾਂਦੇ ਆ ਕਿ ਹਾਏ ਅਸੀਂ ਬਿਮਾਰ ਹੋ ਗਏ, ਹਾਏ ਸਾਨੂੰ ਕੈਂਸਰ ਹੋ ਗਿਆ। ਸੋ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਹਵਾ ਨੂੰ ਗੰਦਲੀ ਕਰੀ ਜਾਣਾ, ਫਸਲ ਦੇ ਵੱਢਾਂ ਨੂੰ ਅੱਗ ਲਾ ਕੇ ਤੇ ਥੱਲੇ ਸਾਫ਼ ਪਾਣੀ ਦੇ ਵਿੱਚ ਗੰਦਾ ਪਾਣੀ ਆਪੇ ਹੀ ਪਾਈ ਜਾਣਾ। ਇਹ ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਜੀ? ਜੋਗ ਸਾਹਿਬ, ਗੱਲ ਇਹ ਆ ਕਿ ਇੱਥੇ ਦਾ ਜੋ ਮਾਹੌਲ ਬਣ ਚੁੱਕਾ, ਜੋ ਸਾਡੇ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ ਆ ਨਾ, ਉਹਨੂੰ ਇੱਕ ਦਿਨ ਦੇ ਵਿੱਚ ਚੇਂਜ ਕਰਨਾ ਬੜਾ ਔਖਾ ਆ। ਕਿਉਂਕਿ ਅਸੀਂ ਪਾਣੀ ਸ਼ੁਰੂ ਤੋਂ ਜਦੋਂ ਧੜ ਵਰਤਦੇ ਆ ਰਹੇ ਆ, ਫਿਰ ਜਦੋਂ ਸਾਡੀ ਜਿਹੜੀ ਵਿਗਿਆਨਕ ਸੋਚ ਇੰਪਰੂਵ ਕੀਤੀ ਆ, ਤਾਂ ਸਾਡੀ ਜਿਹੜੀ ਖੇਤੀਬਾੜੀ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਜੋ ਖਾਦਾਂ ਪੈਂਦੀਆਂ, ਜੋ ਦਵਾਈਆਂ ਪੈਂਦੀਆਂ, ਉਹਦਾ ਤੇ ਪਾਣੀ ਜੋ ਖੇਤਾਂ ਨੂੰ ਲੱਗਦਾ ਉਹਦਾ, ਉਹ ਸਾਰੇ ਦਾ ਸਾਰਾ ਪਾਣੀ ਹੇਠਾਂ ਜਾਂਦਾ ਜੀ। ਦੂਸਰੀ ਗੱਲ, ਅਸੀਂ ਮਤਲਬ ਇਹ ਆਪੇ ਕੋਈ ਵੀ ਅਸੀਂ ਕੂੜਾ ਕਰਕਟਿਆ ਜੋ ਵੀ ਸਾਡਾ ਇੱਥੇ ਦਾ ਸਿਸਟਮ ਆ ਜਾਂ ਗੰਦਾ ਪਾਣੀ ਆ, ਅਸੀਂ ਉਹਦੀ ਬਕਾਇਦਾ ਜਿਹੜੀ ਸਾਂਭ ਸੰਭਾਲ ਨਹੀਂ ਕਰਦੇ, ਉਹਨੂੰ ਅਸੀਂ ਛੱਪੜਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਮੂਹਰੇ ਨਾਲੀਆਂ ਦੇ ਵਿੱਚੋਂ ਕੱਢ ਕੇ, ਇਹ ਸਾਡੀ ਆਪਣੀ ਅਣਗਹਿਲੀ ਤੇ ਇੱਕ ਸੁਭਾਅ ਦੇ ਵਿੱਚ ਸ਼ਾਮਲ ਹੋ ਚੁੱਕੀ ਗੱਲ ਆ ਕਿ ਅਸੀਂ ਆਪਣੇ ਮਾਹੌਲ ਨੂੰ, ਆਪਣੇ ਚੁਗਿਰਦੇ ਨੂੰ ਸਾਫ਼ ਸੁਥਰਾ ਬਣਾਉਣ ਦੀ ਬਜਾਏ ਅਸੀਂ ਉਹਨੂੰ ਇਗਨੋਰ ਕਰਦੇ ਹਾਂ। ਸੋ ਇਹੀ ਵਜ੍ਹਾ ਇੱਕ ਬਣਦੀ ਸਾਡੇ ਬਿਮਾਰੀਆਂ ਦੇ ਦਿਨ ਬ ਦਿਨ ਵਧਣ ਦਾ ਕਾਰਨ। ਜਿਵੇਂ ਕਿ ਅੱਜ ਕੱਲ੍ਹ ਇੱਥੇ ਕੈਂਸਰ ਜਿਹੜਾ ਮਾਲਵਾ ਬੈਲਟ ਦੇ ਵਿੱਚ ਚੱਲ ਰਿਹਾ, ਤੇ ਅਸੀਂ ਸਮਝਦੇ ਹਾਂ ਕਿ ਮੈਂ ਇਸ ਇਲਾਕੇ ਦੀ ਜੇ ਗੱਲ ਕਰਾਂ ਤੇ ਕਾਲਾ ਪੀਲੀਆ ਜੋ ਹੈ ਉਹ ਸਾਡੇ ਹਰ ਚੌਥੇ ਬੰਦੇ ਨੂੰ ਇੱਥੇ ਦਿਨ ਬ ਦਿਨ ਵੱਧ ਰਿਹਾ। ਤੇ ਮੈਂ ਸਮਝਦਾ ਕਿ ਇਹ ਸਾਰੇ ਦਾ ਸਾਰਾ ਜਿਹੜਾ ਸਾਡਾ ਜਲਵਾਯੂ ਤੇ ਪੌਣ ਪਾਣੀ ਦਾ, ਇਹ ਸਾਰਿਆਂ ਦਾ ਜਿਹੜਾ ਹੈ ਉਹ ਰੋਲ ਇਹ ਅਦਾ ਹੋ ਰਿਹਾ, ਕਿਉਂਕਿ ਵਾਤਾਵਰਨ ਗੰਧਲਾ ਹੋਣ ਦੀ ਕਰਕੇ ਇਹ ਸਾਰਾ ਜਿਹੜਾ ਆ ਸਾਡੀਆਂ ਬਿਮਾਰੀਆਂ ਜਿਹੜੀਆਂ ਇੰਨੀਆਂ ਫੈਲ ਰਹੀਆਂ। ਅੱਛਾ, ਇਹ ਹਵਾ ਤੇ ਪਾਣੀ ਨੂੰ ਸਾਫ਼ ਰੱਖਣ ਪ੍ਰਤੀ
ਸੁਚੇਤ ਹੋਣਾ ਚਾਹੀਦਾ। ਜੋ ਕੁਝ ਬਾਣੀ ਦੇ ਵਿੱਚ ਇਹਦੇ ਬਾਰੇ ਲਿਖਿਆ ਉਹਨੂੰ ਮੱਥਾ ਵੀ ਟੇਕੀ ਜਾਂਦੇ ਆ, ਗੁਰਦੁਆਰਿਆਂ ਦੇ ਵਿੱਚ ਵੀ ਲਾਈਨਾਂ ਬਣਾ ਮੱਥਾ ਟੇਕਦੇ ਆ, ਕਿੰਨੀ ਕਿੰਨੀ ਦੇਰ ਉਡੀਕ ਕਰਦੇ, ਮਾਰ ਕਿਤੇ ਪਤਾ ਨਹੀਂ ਲੱਗਦਾ। ਤਾਂ ਪਰ ਜਿਹੜੀਆਂ ਆਹ ਸਮੱਸਿਆਵਾਂ ਸਾਹਮਣੇ ਆਪੇ ਹੀ ਕ੍ਰੀਏਟ ਕਰੀ ਜਾਂਦੇ ਆ, ਉਹਨਾਂ ਪ੍ਰਤੀ ਜਾਗਰੂਕਤਾ ਨਹੀਂ। ਪਰ ਇਸ ਗੱਲ ਵੱਲ ਬੜੀ ਜਾਗਰੂਕਤਾ ਕਿ ਮੈਂ ਅਕਾਲੀ ਬਣਨਾ, ਮੈਂ ਕਾਂਗਰਸ ਬਣਨਾ, ਮੈਂ BSP ਬਣਨਾ, ਮੈਂ ਫਲਾਨੀ ਪਾਰਟੀ ਵੱਲ ਨੂੰ ਜਾਣਾ। ਤੇ ਜੇ ਹੁਣ ਬਾਹਰੋਂ ਲੋਕ ਇਹ ਵੀ ਸ਼ਿਕਾਇਤ ਕਰਦੇ ਆ ਕਿ ਉਹਨਾਂ ਨੇ ਆਪਣੇ ਖਰਚੇ ਤੇ ਜਾ ਕੇ ਉੱਥੇ ਕੋਈ ਵਿਕਾਸ ਦਾ ਕੰਮ ਕਰਾਉਣਾ ਹੀ ਹੋਵੇ, ਤੇ ਜਿੰਨਾ ਚਿਰ ਉਹ ਕਿਸੇ ਪਾਰਟੀ ਵਾਲੇ ਦਾ ਜਾ ਕੇ ਤਰਲਾ ਮਿਹਨਤ ਨਹੀਂ ਕਰਦਾ, ਉਹਨੂੰ ਕੁਝ ਕਰਨੇ ਹੀ ਨਹੀਂ ਦਿੰਦੇ, ਭਾਵੇਂ ਭਲਾ ਉਹਨਾਂ ਦਾ ਹੀ ਹੋਣਾ। ਸੋ ਇਹ ਕਿੱਧਰ ਨੂੰ ਜਾ ਰਹੀ ਹੈ ਉਹਨਾਂ ਦੀ ਮਾਨਸਿਕਤਾ? ਰਾਜਨੀਤਿਕ ਪਾਰਟੀ ਵੱਲ ਨੂੰ ਬੜਾ ਉਹਨਾਂ ਦਾ ਝੁਕਾਅ, ਬੜੇ ਉਹ ਜਾਗਰੂਕ ਹੈ, ਪਰ ਜਿਹੜੇ ਕੰਮ ਹੋਣ ਵਾਲੇ ਉਹਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ। ਜੌਲ ਸਾਹਿਬ, ਇਹ ਮਾਹੌਲ ਇਦਾਂ ਦਾ ਸਿਰਜਿਆ ਗਿਆ ਆ ਕਿ ਹਰ ਬੰਦਾ ਇੱਕ ਵਪਾਰੀ ਬਣ ਗਿਆ। ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨਾ, ਇਹ ਪ੍ਰਾਈਵੇਟ ਲਿਮਟਿਡ ਇੱਕ ਤਰ੍ਹਾਂ ਦੀਆਂ ਬਿਜ਼ਨਸ ਮਾਈਂਡਡ ਲੋਕਾਂ ਦਾ ਇੱਕ ਇਕੱਠ ਬਣ ਗਿਆ ਹੈ। ਚਾਹੇ ਉਹਨੂੰ ਅਸੀਂ ਕਾਂਗਰਸ ਕਹਿ ਲਈਏ, ਚਾਹੇ ਅਕਾਲੀ ਕਹਿ ਲਈਏ, ਚਾਹੇ ਕੋਈ ਹੋਰ ਪਾਰਟੀ। ਅੱਛਾ ਜੀ। ਸੋ ਹਰ ਬੰਦਾ ਆਪਣੇ ਪ੍ਰੋਫਿਟ ਦੀ ਖਾਤਰ ਕੋਈ ਨਾ ਕੋਈ ਜਿਹੜਾ ਆ ਉਹ ਯਤਨਸ਼ੀਲ ਰਹਿੰਦਾ ਆ। ਉਹਨੂੰ ਆਪਣੇ ਘਰ ਦਾ, ਆਪਣੇ ਗਲੀ ਦਾ, ਮੁਹੱਲੇ ਦਾ, ਪਿੰਡ ਦਾ, ਕਿਸੇ ਦਾ ਕੋਈ ਫਿਕਰ ਨਹੀਂ। ਜੇ ਉਹਨੂੰ ਫਿਕਰ ਹੈ ਤੇ ਆਪਣੀ ਜੇਬ ਦਾ ਤੇ ਚੌਧਰ ਦਾ। ਇਹਨਾਂ ਦੋਨਾਂ ਗੱਲਾਂ ਕਰਕੇ ਹੀ ਜੋ ਹੈ ਸਾਡੇ ਪਿੰਡਾਂ ਦੇ ਆਸੇ ਪਾਸੇ ਜੋ ਕੁਝ ਵੀ ਵਾਪਰਦਾ ਆ, ਤੇ ਵਾਤਾਵਰਨ ਦੇ ਮਾਹੌਲ ਦੀ ਜਿਹੜੀ ਗੱਲ ਆ, ਸਾਡੇ ਇੱਥੋਂ ਤੱਕ ਜੇ ਦੇਖ ਲਈਏ, ਸਾਡੀਆਂ ਪਿੰਡਾਂ ਦੀਆਂ ਪੰਚਾਇਤਾਂ ਵੀ ਜਿਹੜੀਆਂ ਧੜਿਆਂ ਵਿੱਚ ਵੰਡੀਆਂ ਹੋਈਆਂ ਆ, ਉਹਦੇ ਵਿੱਚ ਇੱਕ ਧੜਾ ਜੇ ਹਾਕਮ ਧੜਾ ਆ ਤਾਂ ਉਹਨੂੰ ਗਰਾਂਟਾਂ ਮਿਲ ਜਾਣਗੀਆਂ, ਤੇ ਜੇ ਕੋਈ ਵਿਰੋਧੀ ਧੜੇ ਦੇ ਨਾਲ ਆ ਤਾਂ ਉਹ ਵਿਚਾਰਾ ਵੇਖਦਾ ਰਹਿੰਦਾ। ਸੋ 5 ਸਾਲ ਜਿਹੜੇ ਆ ਉਹ ਤਰਲੇ ਮੱਛੀ ਹੁੰਦਿਆਂ ਲਗਾ ਦਿੰਦੇ ਆ। ਸੋ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਦੀਆਂ ਇਹ ਵੀ ਜਿਹੜੀਆਂ ਸਾਡੇ ਲੋਕਾਂ ਦੇ ਵਿੱਚ ਵੰਡੀਆਂ ਪਾਈਆਂ ਹੋਈਆਂ, ਉਹਦੇ ਨਾਲ ਵੀ ਜਿਹੜਾ ਆਰਥਿਕ ਤੌਰ ਤੇ ਪਿੰਡਾਂ ਦੇ ਵਿਕਾਸ ਦੇ ਵਿੱਚ ਰੁਕਾਵਟ ਆਉਂਦੀ ਹੈ। ਰਹੀ ਗੱਲ ਸਾਡੇ ਲੋਕਾਂ ਦੀ, ਉਹਨਾਂ ਦੀ ਵੀ ਇਹੀ ਮਤਲਬ ਹਰ ਵੇਲੇ ਯਤਨ ਹੁੰਦਾ ਆ, ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿਹੜਾ ਆ ਆਪਣਾ ਫਾਇਦਾ ਲੈ ਲਈਏ। ਨਾ ਆਪਣੀ ਉਹ ਸਿਹਤ ਵੱਲ ਵੇਖਦੇ ਆ, ਨਾ ਆਂਢ ਗੁਆਂਢ ਦੀ, ਨਾ ਪਿੰਡ ਦੀ, ਨਾ ਵਾਤਾਵਰਨ ਦੀ, ਕਿਸੇ ਦੀ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ। ਠੀਕ ਹੈ ਜੀ। ਕੋਈ ਬਾਹਰਲਾ ਤੇ ਆ ਕੇ ਚਲੋ ਵੰਡਣ ਦੀ ਕੋਸ਼ਿਸ਼ ਹੀ ਕਰੂਗਾ। ਗੋਰਿਆਂ ਤੇ ਬਹੁਤ ਵੱਡਾ ਇਲਜ਼ਾਮ ਲੱਗਦਾ ਸੀਗਾ ਕਿ ਵੰਡਦੇ ਆ ਸਾਨੂੰ ਜੀ, ਤੇ ਫਿਰ ਰਾਜ ਕਰਦੇ ਆ ਸਾਡੇ ਤੇ ਜੀ। ਤੇ ਪਰ ਹੁਣ ਦੇਖਿਆ ਜਾਵੇ ਤੇ ਗੋਰਿਆਂ ਨਾਲੋਂ ਉੱਥੋਂ ਦੇ ਰਾਜਨੀਤਿਕ ਕੀ ਵੱਖਰਾ ਕਰ ਰਹੇ ਆ? ਉਹ ਵੀ ਤੇ ਪਿੰਡ ਪੱਧਰ ਤੱਕ ਲੋਕਾਂ ਨੂੰ ਵੰਡ ਕੇ ਆਪਣੀਆਂ ਕੁਰਸੀਆਂ ਕਾਇਮ ਰੱਖ ਰਹੇ ਆ। ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਪਿੰਡਾਂ ਵਾਲੇ ਲੋਕ ਜਰਾ ਕੁ ਜਾਗਰੂਕ ਹੋਣ ਕਿ ਉਹ ਵੰਡ ਨਾ ਹੋਣ, ਆਪਣੇ ਪਿੰਡ ਦੇ ਵਡੇਰੇ ਹਿੱਤਾਂ ਦੇ ਵਿੱਚ ਉਹ ਏਕਤਾ ਕਰਨ, ਤੇ ਬਾਹਰਲਾ ਕੋਈ ਨਹੀਂ ਉਹਨਾਂ ਨੂੰ ਆ ਕੇ ਉੱਥੇ ਵਿਕਾਸ ਰੋਕ ਸਕਦਾ, ਕੋਈ ਨਹੀਂ ਉਹਨਾਂ ਦਾ ਬੁਰਾ ਕਰ ਸਕਦਾ। ਸੋ ਆਪਣੀਆਂ ਚੌਧਰਾਂ ਦੇ ਲਈ ਭੱਜੇ ਤੇ ਉਹ MLA ਤੱਕ ਤੇ ਹਾਂਜੀ ਬਾਕੀ ਸਾਰਿਆਂ ਤੱਕ ਆਪ ਹੀ ਫਿਰਦੇ ਆ, ਤੇ ਉਹਨਾਂ ਨੇ ਤੇ ਫਿਰ ਉਹਨਾਂ ਦੀ ਵਰਤੋਂ ਕਰਨੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੁਸੀਂ ਸਰਦਾਰ ਨਿਰਮਲ ਸਿੰਘ ਜੀ ਖੱਖ, ਸਾਹਿਤਕ ਪਿੰਡ ਨਡਾਲਾ ਦੇ ਪ੍ਰਧਾਨ ਹੋ। ਬੜੀ ਵੱਡੀ ਪੱਧਰ ਤੇ ਤੁਸੀਂ ਇਲਾਕੇ ਦੇ ਵਿੱਚ ਸਾਹਿਤਕ ਸਰਗਰਮੀਆਂ ਵਿੱਢੀ ਰੱਖਦੇ ਹੋ। ਪਰ ਇੱਕ ਪਾਸੇ ਪੰਜਾਬੀਆਂ ਤੇ ਇਲਜ਼ਾਮ ਲੱਗਦਾ ਕਿ ਪੜ੍ਹਨਾ ਛੱਡ ਗਏ, ਅਖਬਾਰਾਂ ਕਿਤਾਬਾਂ ਪੜ੍ਹਨ ਵਾਲੇ ਪਾਸੇ ਨੂੰ ਕਿਸੇ ਪਾਸੇ ਲੋਕਾਂ ਦਾ ਧਿਆਨ ਨਹੀਂ ਹੈਗਾ, ਤੇ ਦੂਸਰੇ ਪਾਸੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹ ਸਾਹਿਤ ਦੇ ਵਿਕਾਸ ਦਾ ਝੰਡਾ ਚੁੱਕਿਆ ਹੋਇਆ। ਕਿੱਥੇ ਕੁ ਪਹੁੰਚੇ ਹੋ ਤੁਸੀਂ? ਜੌਹਰ ਸਾਹਿਬ ਜੀ, ਇਹ ਅਸੀਂ ਦੇਖੀਏ ਕਿ ਅੱਜ ਸਾਡੇ ਪੰਜਾਬੀ ਪਾਠਕਾਂ ਦੀ ਗਿਣਤੀ ਬਹੁਤ ਘੱਟ ਗਈ ਆ। ਉਹਦੇ ਵਿੱਚ ਅਸੀਂ ਦੇਖੀਏ ਕਿ ਜਿਹੜੀ ਨਵੀਂ ਤਕਨੀਕ ਆਈ ਆ, ਜਿਹੜਾ ਕੰਪਿਊਟਰ ਯੁੱਗ ਆ ਗਿਆ, ਜਾਂ ਬੱਚਿਆਂ ਦਾ ਰੁਝਾਨ ਕਿੱਧਰ ਜਾ ਰਿਹਾ, ਇਹਨਾਂ ਸਾਰੀਆਂ ਗੱਲਾਂ ਨੂੰ ਜੇ ਅਸੀਂ ਵਾਚੀਏ ਤਾਂ ਮੈਂ ਸਮਝਦਾ ਕਿ ਸਾਡਾ ਜਿਹੜਾ TV ਮੀਡੀਆ ਆ ਜਾਂ ਹੋਰ ਸਾਡੇ ਕੋਈ ਇੱਦਾਂ ਦੇ ਸਾਧਨ ਆ, ਉਹਨਾਂ ਦੀ ਵਜ੍ਹਾ ਕਰਕੇ ਵੀ ਸਾਡੇ ਜਿਹੜੇ ਆ ਪਾਠਕ ਵਰਗ ਆ ਉਹਨਾਂ ਤੇ ਅਸਰ ਪਿਆ। ਪਰ ਮੈਂ ਇੱਥੋਂ ਤੱਕ ਅਜੇ ਮਹਿਸੂਸ ਕਰਦਾ ਕਿ ਸਾਡੀ ਜਿਹੜੀ ਪੰਜਾਬੀ ਆ ਜਾਂ ਪੰਜਾਬੀਅਤ ਆ, ਜੇ ਉਹ ਇੱਥੇ ਪੰਜਾਬ ਦੇ ਵਿੱਚ ਸੀ ਤਾਂ ਉਹ ਵਿਦੇਸ਼ਾਂ ਦੇ ਵਿੱਚ ਵੀ ਮੱਲਾ ਮਾਰ ਕੇ ਬੈਠੀ ਆ। ਅੱਜ ਮੈਂ ਜੇ ਪੰਜਾਬ ਦੀਆਂ ਖਬਰਾਂ ਪੜ੍ਹਦਾ ਆ ਤੇ ਸਹਿਤ ਸੁਭਾਵਾਂ ਦੀਆਂ ਗੱਲਾਂ ਕਰਦਾ ਤਾਂ ਮੈਨੂੰ ਇਹ ਗੱਲ ਮਤਲਬ ਇਹ ਦੱਸ ਕੇ ਖੁਸ਼ੀ ਵੀ ਹੋ ਰਹੀ ਆ ਕਿ ਵਰਿਆਮ ਸੰਧੂ ਵਰਗੇ ਜਿਹੜੇ ਕੈਨੇਡਾ ਵਿੱਚ ਬੈਠੇ ਆ, ਔਰ ਬੜੇ ਬੜੇ ਵਧੀਆ ਸਾਹਿਤਕਾਰ ਜਿਹੜੇ ਕੈਨੇਡਾ ਵਿੱਚ ਸਹਿਤ ਸੁਭਾਵਾਂ ਬਣਾ ਕੇ ਬੈਠੇ ਆ। ਸੋ ਇਹ ਨਿਰੰਤਰ ਜਿਹੜਾ ਆ, ਭਾਵੇਂ ਬੇਸ਼ੱਕ ਨਵੇਂ ਯੁੱਗ ਨੇ ਆਪਣਾ ਕੁਛ ਥਾਂ ਲੈ ਲਿਆ, ਪਰ ਮੈਂ ਸਮਝਦਾ ਕਿ ਚੰਗੇ ਪਾਠਕ ਜਿਹੜੇ ਚੰਗੇ ਲੇਖਕ ਬਣੇ ਆ ਔਰ ਸਰਗਰਮ ਆ। ਸੋ ਮੈਂ ਸਮਝਦਾ ਵੀ ਇਹ ਨਿਰਾਸ਼ਾ ਵਾਲੀ ਗੱਲ ਨਹੀਂ। ਜਿੱਥੋਂ ਤੱਕ ਸਾਡੀ ਸਭਾ ਦੀ ਗੱਲ ਆ, ਤੇ ਸਾਡੀ ਸਭਾ ਨੇ ਸਾਡੇ ਬਹੁਤ ਵਧੀਆ ਆਲੋਚਕ, ਲੇਖਕ ਤੇ ਨਾਟਕਕਾਰ ਤੇ ਗੀਤਕਾਰ, ਕਵੀ ਵੀ ਦਿੱਤੇ ਆ। ਸੋ ਅਸੀਂ 20-25 ਸਾਲ ਤੋਂ ਨਿਰੰਤਰ ਜਿਹੜੇ ਆ ਮੀਟਿੰਗਾਂ ਕਰਦੇ ਆ ਰਹੇ ਆ, ਔਰ ਵਰਕਸ਼ਾਪ ਵੀ ਕਰੀ ਦੀ ਆ। ਔਰ ਜੋ ਸਾਡੇ ਕੋਲ ਚੰਗੇ ਸੱਜਣ ਆਉਂਦੇ ਆ ਉਹਨਾਂ ਦੇ ਨਾਲ ਰੂਬਰੂ ਪ੍ਰੋਗਰਾਮ ਜਦੋਂ ਕਰਾਉਂਦੇ ਆ,
ਤਾਂ ਬੜੀਆਂ ਗੱਲਾਂ ਜਿਹੜੀਆਂ ਸਾਡੇ ਸੱਜਣਾਂ ਨੂੰ ਸਿੱਖਣ ਨੂੰ ਮਿਲਦੀਆਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ, ਤੁਸੀਂ ਆਏ ਪ੍ਰੋਗਰਾਮ ਦੇ ਵਿੱਚ। ਅਸੀਂ ਅਗਲੇ ਕਿਸੇ ਸਮੇਂ ਤੱਕ ਤੁਹਾਡੇ ਕੋਲੋਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਖੁਸ਼ੀ ਲਵਾਂਗੇ ਫਿਰ ਕਿਤੇ ਤੁਹਾਨੂੰ ਦੁਬਾਰਾ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਦੀ। ਅੱਜ ਤੁਸੀਂ ਆਏ ਸਰਦਾਰ ਨਿਰਮਲ ਸਿੰਘ ਜੀ ਖੱਕ, ਪ੍ਰਧਾਨ ਸਾਹਿਤਕ ਪਿੰਡ ਡਾਲਾ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਇਹ ਤੇ ਸਨ ਸਰਦਾਰ ਨਿਰਮਲ ਸਿੰਘ ਖੱਕ, ਜਿਨ੍ਹਾਂ ਦੇ ਨਾਲ ਅਸੀਂ ਜੋ ਕੁਝ ਉੱਥੇ ਥੋੜ੍ਹਾ ਜਿਹਾ ਲੋਕਾਂ ਦਾ ਮਾਹੌਲ ਹੈ ਉਹ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਖਬਰ ਸਾਡੇ ਕੋਲ ਪਹੁੰਚ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਇਹ ਲਿਖਤੀ ਤੌਰ ਤੇ ਆਰਡਰ ਭੇਜੇ ਨੇ ਕਿ ਜੋ ਕੈਬਨਿਟ ਮੰਤਰੀ ਹਨ ਅਨਿਲ ਜੋਸ਼ੀ, ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਕਾਨੂੰਨੀ ਕਾਰਵਾਈ ਵਿੱਢੀ ਜਾਵੇ। ਕਿਉਂਕਿ ਉਹਨਾਂ ਨੇ ਕਹਿੰਦੇ ਜੀ ਕਿ ਜਾਣ ਬੁੱਝ ਕੇ 2 ਥਾਵਾਂ ਤੋਂ ਆਪਣੀ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਵੋਟਾਂ ਬਣਾਈਆਂ, ਜੋ ਕਿ ਕਾਨੂੰਨ ਦੇ ਖਿਲਾਫ ਅਰਜ਼ੀ ਹੈ। ਸੋ ਚੋਣ ਐਕਟ ਦੇ ਤਹਿਤ ਤੁਸੀਂ ਇੱਕ ਹੀ ਜਗ੍ਹਾ ਤੇ ਵੋਟਰ ਹੋ ਸਕਦੇ ਹੋ। ਕੈਨੇਡਾ ਦੇ ਵਿੱਚ ਵੀ ਇੱਦਾਂ ਹੀ ਆ, ਬਾਕੀ ਮੁਲਕਾਂ 'ਚ ਵੀ ਇੱਦਾਂ ਹੀ ਹੈ। ਸੋ ਜੇ ਉੱਥੇ ਕੋਈ ਇਸ ਕਿਸਮ ਦੀ ਚੁਸਤੀ ਵਰਤਦਾ, ਖਾਸ ਤੌਰ ਤੇ ਮਿਨਿਸਟਰ ਤੱਕ ਦੇ ਅਹੁਦੇ ਤੇ ਪਹੁੰਚਣ ਦੇ ਲਈ, ਤੇ ਹੁਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਦੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਾਫੀ ਸਾਰੇ ਆਫੀਸਰਸ ਨੇ ਛਾਪੇ ਮਾਰੇ ਆ ਜੀ ਕੁਝ, ਜਿਸ ਦੇ ਵਿੱਚ ਕਿ ਕੁਝ ਇੱਕ ਜੋ ਸ਼ੱਕੀ ਸਮਗਲਰ ਨੇ ਜਿਹੜੇ ਕਿ ਗ੍ਰਿਫਤਾਰ ਵੀ ਨੇ ਇਸ ਵੇਲੇ, ਜਿਨ੍ਹਾਂ ਦੇ ਵਿੱਚ ਮਨਿੰਦਰ ਸਿੰਘ ਬਿੱਟੂ ਔਲਖ ਸ਼ਾਮਲ ਹੈ, ਜੋ ਕਿ ਇਹ ਵੈਸੇ ਜੋ ਕੈਬਨਿਟ ਮੰਤਰੀ ਨੇ ਸਾਡੇ ਬਿਕਰਮਜੀਤ ਮਜੀਠੀਆ ਉਹਨਾਂ ਦੇ ਸਾਥੀ ਵੀ ਦੱਸੇ ਜਾਂਦੇ ਰਹੇ ਆ। ਇਸ ਦੇ ਨਾਲ ਹੀ ਜਗਜੀਤ ਸਿੰਘ ਚਾਹਲ ਇਹ ਵੀ ਗ੍ਰਿਫਤਾਰ ਹੈ, ਦਲੀਪ ਸਿੰਘ ਮਾਨ, ਤੇ ਇਸ ਦੇ ਨਾਲ ਹੀ ਜੋ ਜਗਦੀਸ਼ ਭੋਲਾ ਗ੍ਰਿਫਤਾਰ ਹੈ, ਉਸ ਦੇ ਸਹੁਰਾ ਸਾਹਿਬ, ਇਹਨਾਂ ਦੇ ਘਰਾਂ ਤੇ ਛਾਪੇ ਮਾਰੇ ਆ ਤੇ 6 ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਇਹ ਛਾਪੇ ਜਿਹੜੇ ਮਾਰੇ ਗਏ। ਤੇ ਜੋ ਔਲਖ ਦਾ, ਚਾਲ ਦਾ ਤੇ ਮਾਨ ਦਾ, ਇਹਨਾਂ ਦਾ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਕੁਝ ਇੱਕ ਥਾਵਾਂ ਤੇ ਛਾਪੇ ਜਿਹੜੇ ਪਏ ਆ ਜਿੱਥੇ ਇਹਨਾਂ ਦੀਆਂ ਜਾਇਦਾਦਾਂ ਸੀਗੀਆਂ। ਮੰਡੀ ਅਹਿਮਦਗੜ੍ਹ ਦੇ ਵਿੱਚ ਵੀ ਇੱਕ ਛਾਪਾ ਮਾਰਿਆ ਗਿਆ। ਇੱਕ ਲੇਕਿਨ ਕਿ ਜੋ ਕੈਨੇਡਾ ਦਾ ਵਿਅਕਤੀ ਦੱਸਿਆ ਜਾ ਰਿਹਾ, NRI ਕੈਨੇਡਾ, ਉਹ ਕਹਿੰਦੇ ਨੇ ਆ ਵੀ ਗਿਆ ਗ੍ਰਿਫਤਾਰੀ ਤੋਂ ਬਚਣ ਦੇ ਲਈ। ਅਮਰਿੰਦਰ ਸਿੰਘ ਲਾਡੀ ਕਰਕੇ ਉਸ ਦਾ ਖਬਰ 'ਚ ਨਾਂ ਆਇਆ ਜੀ, ਤੇ ਉਹਨਾਂ ਦੇ ਘਰ ਵੀ ਛਾਪਾ ਪਿਆ, ਲੇਕਿਨ ਕਿ ਜਦੋਂ ਛਾਪਾ ਮਾਰਨ ਕਹਿੰਦੇ ਕਿ ਉੱਥੇ ਪੁਲਿਸ ਵਾਲੇ ਗਏ ਨੇ ਤੇ ਉਹ ਜਿਹੜਾ ਘਰ ਆ ਅੱਗੋਂ ਉਹਨਾਂ ਨੂੰ ਬੰਦ ਮਿਲਿਆ। ਸੋ ਇਹ ਹੁਣ ਇਸ ਪਾਸੇ ਵੱਲ ਨੂੰ ਗੱਲ ਵੱਧ ਰਹੀ ਹੈ ਕਿ ਸਾਰੀ ਡਾਕੂਮੈਂਟੇਸ਼ਨ ਜਿੰਨੀ ਵੀ ਇਹ ਸ਼ੱਕੀ ਸਮਗਲਰਾਂ ਦੀ ਜਾਇਦਾਦ ਆ, ਉਸ ਜਾਇਦਾਦ ਨੂੰ ਕਿਸ ਤਰ੍ਹਾਂ ਕੇਸਾਂ ਦੇ ਨਾਲ ਨੱਥੀ ਕਰਕੇ ਜ਼ਬਤ ਕਰਨਾ, ਉਸ ਦੇ ਨਾਲ ਸੰਬੰਧਿਤ ਵੱਖ-ਵੱਖ ਥਾਵਾਂ ਤੇ ਇਹ ਗ੍ਰਿਫਤਾਰ ਲੋਕਾਂ ਜਾਂ ਸ਼ੱਕੀਆਂ ਦੀਆਂ ਜੋ ਜਾਇਦਾਦਾਂ ਹਨ ਉਹਨਾਂ ਤੇ ਛਾਪਾਮਾਰੀ ਹੋਈ ਹੈ। ਅਸੀਂ ਅਕਾਲ ਤਖਤ ਸਾਹਿਬ ਤੇ ਜੋ 6 ਫਰਵਰੀ ਨੂੰ ਮੀਟਿੰਗ ਹੋਣੀ ਹੈ ਇਸ ਦੀ ਗੱਲ ਕਰ ਚੁੱਕੇ ਹਾਂ। ਇੱਕ ਵਾਰ ਫਿਰ ਦੱਸਦੇ ਹਾਂ ਕਿ ਕਾਫੀ ਜੋ ਵਾਦ ਵਿਵਾਦ ਨਾਨਕਸ਼ਾਹੀ ਕੈਲੰਡਰ ਦਾ, ਸੰਤ ਸਮਾਜ ਆਪਣੇ ਵੱਲੋਂ ਯਤਨਸ਼ੀਲ ਹੈ ਕਿ ਜੋ ਬਿਕਰਮੀ ਕੈਲੰਡਰ ਹੈ ਇਹ ਦੁਬਾਰਾ ਫਿਰ ਆ ਜਾਵੇ। ਨਾਨਕਸ਼ਾਹੀ ਕੈਲੰਡਰ ਨਹੀਂ ਹੋਣਾ ਚਾਹੀਦਾ, ਪਰ ਬਹੁਤ ਸਾਰੀਆਂ ਲੇਕਿਨ ਕਿ ਸਿੱਖ ਸੰਸਥਾਵਾਂ ਇਹ ਮੰਗ ਕਰ ਰਹੀਆਂ ਕਿ ਜੋ ਅਸਲੀ ਨਾਨਕਸ਼ਾਹੀ ਕੈਲੰਡਰ ਸੀਗਾ 2003 ਵਾਲਾ, ਪਾਲ ਸਿੰਘ ਪੁਰੇਵਾਲ ਹੋਣਾ ਵਾਲਾ, ਇਹ ਦੁਬਾਰਾ ਜੋ ਹੈ ਆਉਣਾ ਚਾਹੀਦਾ। ਤੇ ਜੋ ਇਹ ਕਹਿ ਲਓ ਕਿ ਸੋਧਿਆ ਹੋਇਆ ਜਾਂ ਸੋਧ ਦਿੱਤਾ ਗਿਆ ਨਾਨਕਸ਼ਾਹੀ ਕੈਲੰਡਰ ਹੈ, ਇਹ ਠੀਕ ਨਹੀਂ ਹੈ, ਇਹ ਨਹੀਂ ਹੋਣਾ ਚਾਹੀਦਾ। ਸੋ ਦੇਖਦੇ ਹਾਂ 6 ਫਰਵਰੀ ਨੂੰ ਜੋ ਮੀਟਿੰਗ ਹੋਏਗੀ ਜਥੇਦਾਰ ਸਾਹਿਬਾਨ ਦੀ, ਉਸ ਦੇ ਵਿੱਚ ਕੀ ਫੈਸਲਾ ਆਉਂਦਾ। ਇੱਕ ਲੇਕਿਨ ਕਿ ਅੱਛੀ ਖਬਰ ਇਹ ਹੈ ਜੀ ਕਿ ਭਾਰਤੀ ਰੇਲਵੇ ਦੇ ਵੱਲੋਂ 5 ਤਖ਼ਤਾਂ ਨੂੰ ਜੋੜਨ ਵਾਲੀ ਜੋ ਰੇਲ ਗੱਡੀ ਹੈ 16 ਫਰਵਰੀ ਤੋਂ ਧੂਰੀ ਤੋਂ ਚੱਲਣ ਜਾ ਰਹੀ ਹੈ। ਧੂਰੀ ਤੋਂ ਸਵੇਰੇ 10 ਵਜੇ ਜ਼ਿਲ੍ਹਾ ਸੰਗਰੂਰ ਤੋਂ ਇਹ ਰੇਲ ਗੱਡੀ ਚੱਲਣੀ ਹੈ, ਧੂਰਵੀ ਰੇਲਵੇ ਸਟੇਸ਼ਨ ਤੋਂ, ਧੂਰੀ ਤੋਂ। ਤੇ ਇਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੂੰ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨੂੰ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ, ਸ੍ਰੀ ਪਟਨਾ ਸਾਹਿਬ ਤੇ ਇਸ ਦੇ ਨਾਲ ਹੀ ਸ੍ਰੀ ਹਜ਼ੂਰ ਸਾਹਿਬ ਨੰਦੇੜ, ਇਹ 5 ਹੀ ਤਖ਼ਤਾਂ ਨੂੰ ਇਹ ਰੇਲ ਗੱਡੀ ਜਿਹੜੀ ਜਾਇਆ ਕਰੂਗੀ, ਜੋੜਿਆ ਕਰੂਗੀ। 25 ਫਰਵਰੀ ਨੂੰ ਇਹ ਜਿਹੜਾ ਟੂਰ ਹੈ ਪੂਰੇ ਦਾ ਪੂਰਾ ਇਸ ਰੇਲ ਗੱਡੀ ਦਾ ਸਮਾਪਤ ਹੋਏਗਾ, ਜੋ ਕਿ 16 ਫਰਵਰੀ ਨੂੰ ਸ਼ੁਰੂ ਹੋਣਾ। ਅਸੀਂ ਦੱਸਿਆ ਸੀਗਾ ਜੀ ਕਿ ਸੜਕ ਹਾਦਸਾ ਜਾਰੀ ਹੈ ਕੰਮ, ਜਿਵੇਂ ਕਿ ਪੁਰਾਣੇ ਸਾਲ ਦੇ ਵਿੱਚ ਸੀ, ਨਵੇਂ 'ਚ ਵੀ ਉੱਦਾਂ ਹੀ ਆ। ਨਵੇਂ ਸਾਲ ਦੀਆਂ ਖੁਸ਼ੀਆਂ ਤੇ 1-2 ਦਿਨ, ਜਾਂ ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਸਿਰਫ ਇਹ ਰਸਮ ਬਣ ਕੇ ਰਹਿ ਗਈ ਆ ਕਿ ਵਧਾਈਆਂ ਲੈ ਲਈਆਂ, ਕਾਰਡ ਲਿਖ ਦਿੱਤੇ, ਈਮੇਲਾਂ ਭੇਜ ਦਿੱਤੀਆਂ, ਰਿਸੀਵ ਕਰ ਲਈਆਂ। ਨਵੇਂ ਸਾਲ ਦੇ ਵਿੱਚ ਨਵਾਂ ਬਦਲਦਾ ਨੀਗਾ ਕੁਝ ਵੀ। ਸੋ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ। ਅਬੋਹਰ ਦੇ ਲਾਗੇ ਇਹ ਦਰਦਨਾਕ ਹਾਦਸਾ ਜਿਹੜਾ 5 ਕੋਸੀ ਵਿਖੇ ਵਾਪਰਿਆ, ਉੱਥੋਂ ਦੇ ਰਹਿਣ ਵਾਲੇ ਇੱਕੋ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋਈ ਹੈ, ਜਿਹੜੇ ਕਿ ਰਾਜਸਥਾਨ ਵੈਸੇ ਵਿਆਹ ਤੇ ਇਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀਗੇ। 2 ਕਾਰਾਂ ਸੀਗੀਆਂ। ਇੱਕ ਕਾਰ ਨੂੰ ਜਦੋਂ ਦੂਸਰੀ ਓਵਰਟੇਕ ਕਰਨ ਲੱਗੀ ਆ, ਇਹਨਾਂ ਨੇ ਜੈਪੁਰ ਜਾਣਾ ਸੀ ਰਾਜਸਥਾਨ, ਹਨੂਮਾਨਗੜ੍ਹ ਦੇ ਲਾਗੇ ਇਹ ਜਿਹੜਾ ਹਾਦਸਾ ਇਹਨਾਂ ਨੂੰ ਪੇਸ਼ ਆਇਆ। ਤੇ ਜਦੋਂ ਟਰੱਕ ਨੂੰ ਕ੍ਰੋਸ ਕਰਨ ਲੱਗੀ ਇੱਕ ਕਾਰ, ਤੇ ਕੋਈ ਫਿਰ ਵਿਧ ਐਸੀ ਬਣੀ ਕਿ ਉਹ ਕਾਰ ਇੰਨੀ ਰਫ਼ਤਾਰ ਦੇ ਵਿੱਚ ਅੱਗੇ ਜਾ ਕੇ ਉਸ ਦੀ ਟੱਕਰ ਹੋਈ ਹੈ ਕਿ ਦੂਸਰੀ ਕਾਰ ਦੇ ਉੱਪਰ ਉਹ ਇੱਕ ਤਰੀਕੇ ਦੇ ਨਾਲ ਜਾ ਕੇ ਤੇ ਉਹਦੀ ਪਲਟੀ ਵੱਜੀ, ਤੇ ਇੱਕ ਹੀ ਪਰਿਵਾਰ ਦੇ ਲੋਕਾਂ ਦਾ ਇਸ ਤਰੀਕੇ ਦੇ ਨਾਲ 4 ਮੈਂਬਰਾਂ ਦਾ ਦੇਹਾਂਤ ਇਸ ਹਾਦਸੇ ਦੇ ਵਿੱਚ ਹੋਇਆ।
ਅਟਾਰੀ ਸਰਹੱਦ ਤੋਂ 1 ਅਰਬ ਦੀ ਹੈਰੋਇਨ ਜਿਹੜੀ ਹੈ, ਸ਼ੁੱਧ 20 ਕਿਲੋ ਹੈਰੋਇਨ ਜ਼ਬਤ ਕਰਨ ਦਾ ਇਹ ਸੁਰੱਖਿਆ ਅਮਲੇ ਨੇ ਦਾਅਵਾ ਵੀ ਕੀਤਾ ਹੈ। ਸੋ ਇੱਕ ਪਾਸੇ ਇੰਨੀ ਵੱਡੀ ਤਾਦਾਦ ਦੇ ਵਿੱਚ ਨਸ਼ੇ ਫੜੇ ਜਾ ਰਹੇ ਨੇ, ਦੂਸਰਾ ਇਹ ਕਿ ਜਿਹੜੇ ਸ਼ੱਕੀ ਫੜੇ ਜਾਂਦੇ ਆ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਲਈ ਉਹਨਾਂ ਤੇ ਵੀ ਛਾਪੇਮਾਰੀ ਹੋ ਰਹੀ ਹੈ। ਕੈਨੇਡਾ ਦਾ ਮਲਟੀਪਰਪਜ਼ ਵੀਜ਼ਾ ਇਹ ਵੀ 6 ਫਰਵਰੀ ਤੋਂ ਮਿਲਣਾ ਸ਼ੁਰੂ ਹੋ ਜਾਣਾ ਜੀ ਜ਼ੋਰ ਸ਼ੋਰ ਦੇ ਨਾਲ। ਸਿੰਗਲ ਐਂਟਰੀ ਵੀਜ਼ਾ ਦੀ ਨੀਤੀ ਦੇ ਵਿੱਚ ਸੁਧਾਰ ਕੀਤਾ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ। ਸਿੰਗਲ ਐਂਟਰੀ ਵੀਜ਼ਾ ਹੁਣ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਹੁੰਦਾ ਸੀ ਕਿ ਜੀ ਵੀਜ਼ਾ ਕਿਹੜਾ ਚਾਹੀਦਾ, ਸਿੰਗਲ ਐਂਟਰੀ ਕਿ ਮਲਟੀਪਲ ਵੀਜ਼ਾ, ਉਹ ਤੁਹਾਨੂੰ ਹੁਣ ਲਿਖਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਨਹੀਂ ਪਏਗੀ। ਤੁਸੀਂ ਜਸਟ ਕੈਨੇਡਾ ਦਾ ਵੀਜ਼ਾ ਅਪਲਾਈ ਕਰੋਗੇ, ਇਹ ਫਿਰ ਵੀਜ਼ਾ ਆਫਿਸਰ ਡਿਸਾਈਡ ਕਰੇਗਾ ਕਿ ਤੁਹਾਨੂੰ ਸਿੰਗਲ ਐਂਟਰੀ ਮਿਲਣਾ ਹੈ, ਤੁਹਾਨੂੰ ਮਲਟੀਪਰਪਜ਼ ਮਿਲਣਾ ਹੈ, ਜਾਂ ਫਿਰ ਤੁਹਾਨੂੰ ਕਿੰਨੇ ਸਮੇਂ ਦਾ ਵੈਲਿਡ ਵੀਜ਼ਾ ਮਿਲਣਾ ਹੈ, ਤੁਹਾਨੂੰ 6 ਮਹੀਨਿਆਂ ਦਾ ਦੇਣਾ, ਸਾਲ ਦਾ, 10 ਸਾਲ ਤੱਕ ਦਾ ਵੀਜ਼ਾ ਜਿਹੜਾ ਤੁਹਾਨੂੰ ਜਾਰੀ ਹੋ ਸਕਦਾ। ਜਿਸ ਤਰ੍ਹਾਂ ਕਿ ਇੱਕ ਤਰੀਕੇ ਦੇ ਨਾਲ ਅਮਰੀਕਾ ਦੀ ਨਾਨ ਇਮੀਗ੍ਰੈਂਟ ਵੀਜ਼ਾ ਪਾਲਿਸੀ ਦੇ ਨਾਲ ਹੀ ਇਸ ਪਾਲਿਸੀ ਨੂੰ ਮੈਚ ਕੀਤਾ ਲੱਗਦਾ ਕੈਨੇਡੀਅਨ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਦੇ ਵੱਲੋਂ। ਪਹਿਲਾਂ ਜੋ ਵੀਜ਼ਾ ਮਲਟੀਪਰਪਜ਼ ਹੁੰਦਾ ਸੀਗਾ ਉਹਦੀ ਫੀਸ ਸੀਗੀ ਜੀ $150, ਉਹ ਹੁਣ ਨਹੀਂ ਹੋਵੇਗੀ, $100 ਹੋਵੇਗੀ ਫੀਸ। ਤੇ ਸਿੰਗਲ ਐਂਟਰੀ ਵੀਜ਼ਾ ਦੀ ਫੀਸ ਲੇਕਿਨ ਕਿ $75 ਸੀਗੀ, ਉਹ ਵੀ ਨਹੀਂ ਹੋਏਗੀ। ਸੋ ਕੋਈ ਵੀ ਵੀਜ਼ਾ ਤੁਸੀਂ ਅਪਲਾਈ ਕਰਨਾ, ਤੁਹਾਡੀ ਫੀਸ ਜਿਹੜੀ $100 ਹੋਇਆ ਕਰੇਗੀ। ਵੀਜ਼ਾ ਮਿਲਣਾ ਕਿ ਨਹੀਂ ਮਿਲਣਾ, ਜਾਂ ਤੁਹਾਨੂੰ ਕਿਹੜਾ ਮਿਲਣਾ, ਸਿੰਗਲ ਐਂਟਰੀ ਮਿਲਣਾ, ਮਲਟੀਪਰਪਜ਼ ਮਿਲਣਾ, ਇਹ ਵੀਜ਼ਾ ਆਫਿਸਰ ਤੇ ਡਿਪੈਂਡ ਕਰੇਗਾ। ਇਸੇ ਤਰ੍ਹਾਂ ਹੀ ਸਟੂਡੈਂਟ ਪਰਮਿਟ ਜੇ ਤੁਸੀਂ ਰੀਨਿਊ ਕਰਾਉਣਾ ਕੈਨੇਡਾ ਦੇ ਵਿੱਚ ਤੇ $25 ਉਹਦੀ ਵੀ ਫੀਸ ਵੱਧ ਗਈ ਹੈ। ਵਰਕ ਪਰਮਿਟ ਦੀ ਤਰੀਕ ਜੇ ਤੁਸੀਂ ਵਧਾਉਣੀ ਹੈ ਤੇ $5 ਉਹਦੀ ਫੀਸ ਵਧੀ ਹੈ। ਤੇ ਸੈਰ ਦੇ ਵੀਜ਼ਾ ਨੂੰ ਜੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਉਹਦੀ ਅਵਧੀ, ਉਹਦਾ ਜਿਹੜੀ ਮਿਆਦ ਆ ਵਧਾਉਣੀ ਹੈ ਵੈਲਿਡਿਟੀ, ਤੇ ਫਿਰ $25 ਜਿਹੜੀ ਫੀਸ ਉਹ ਵੀ ਵਧਾਈ ਗਈ ਹੈ। ਸੋ ਖਾਸ ਤੌਰ ਤੇ ਭਾਰਤ, ਚੀਨ ਤੇ ਮੈਕਸੀਕੋ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਕਿ ਜੇ ਉਹਨਾਂ ਨੇ ਲਗਾਤਾਰ ਕੈਨੇਡਾ ਦੇ ਵਿੱਚ ਆਉਣਾ ਜਾਣਾ ਤੇ ਆਪਣਾ 10 ਸਾਲ ਦੀ ਮਿਆਦ ਵਾਲਾ ਪਾਸਪੋਰਟ ਉਹ ਬਣਾਉਣ ਤੇ ਕੋਸ਼ਿਸ਼ ਕਰਨ ਕਿ ਕੈਨੇਡਾ ਦਾ 10 ਸਾਲ ਦੀ ਵੈਲਿਡਿਟੀ ਵਾਲਾ ਉਹ ਵੀਜ਼ਾ ਜਿਹੜਾ ਆਪਣੇ ਪਾਸਪੋਰਟ ਦੇ ਵਿੱਚ ਲਵਾ ਲੈਣ। ਜੇ ਲੇਕਿਨ ਕਿ ਕੁਆਲੀਫਾਈ ਕਰਦੇ ਹੋਣਗੇ ਤਾਂ ਤਦ ਹੀ ਉਹਨਾਂ ਨੂੰ ਏਡੀ ਜੋ ਮਿਆਦ ਵਾਲਾ ਵੀਜ਼ਾ ਮਿਲੇਗਾ। ਇੱਕ ਪੰਜਾਬ ਤੋਂ ਗਏ ਹੋਏ ਇਟਲੀ ਦੇ ਵਿੱਚ ਹਾਂਜੀ 2 ਗ੍ਰਿਫਤਾਰ ਹੋਏ ਨੇ। ਇੱਕ ਤੇ ਰਾਜੇਸ਼ਵਰ ਸਿੰਘ 29 ਸਾਲ ਦਾ ਤੇ ਗਗਨਦੀਪ ਕੌਰ 30 ਸਾਲ ਦੀ। ਇਹਨਾਂ ਨੇ ਕੋਈ ਵਿਧ ਐਸੀ ਬਣੀ ਆ ਕਿ ਇਹ ਇਕੱਠੇ ਹੀ ਰਹਿੰਦੇ ਸੀਗੇ। ਇੱਕ ਈਰਾਨ ਤੋਂ ਗਈ ਹੋਈ ਔਰਤ ਜਾਂ ਕਹਿ ਲਓ ਲੜਕੀ, 29 ਸਾਲ ਉਹਦੀ ਉਮਰ ਸੀ, ਮਹਫਾਵ ਅਦਵਾਜ਼ੀ ਕਰਕੇ ਉਹਦਾ ਨਾਂ। ਇਸ ਔਰਤ ਦਾ ਦੋਸ਼ ਲੱਗਦਾ ਕਿ ਰਾਜੇਸ਼ਵਰ ਸਿੰਘ ਤੇ ਗਗਨਦੀਪ ਕੌਰ ਨੇ ਕਤਲ ਕਰ ਦਿੱਤਾ ਉੱਥੇ ਈਰਾਨ ਦੀ ਇਸ ਔਰਤ ਦਾ ਇਟਲੀ ਦੇ ਵਿੱਚ। ਕਤਲ ਕਰਨ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਫਿਰ ਉਹ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਦੀ ਲਾਸ਼ ਨੂੰ ਇੱਕ ਅਟੈਚੀ ਦੇ ਵਿੱਚ ਬੰਦ ਕਰ ਲਿਆ। ਅਟੈਚੀ ਦੇ ਵਿੱਚ ਬੰਦ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਜਗ੍ਹਾ ਨਾ ਲੱਭੇ ਵੀ ਉਹ ਅਟੈਚੀ ਸਿੱਟਣਾ ਕਿੱਥੇ ਆ। ਸੋ ਇਹ ਕਿਸੇ ਤਰ੍ਹਾਂ ਅਟੈਚੀ ਲੈ ਕੇ ਵੀਨਸ ਦੇ ਉੱਥੇ ਇਟਲੀ ਦੇ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਿਸੇ ਉਹ ਹਾਂਜੀ ਲੱਗ ਗਈ ਵੀਰਾਨ ਥਾਂ ਤੇ ਉਸ ਅਟੈਚੀ ਨੂੰ ਸੁੱਟ ਦਿੱਤਾ। ਥੋੜੇ ਦਿਨਾਂ ਬਾਅਦ ਉਹ ਜਿਹੜੀ ਲਾਸ਼ ਹੈ ਜਦੋਂ ਪੁਲਿਸ ਨੂੰ ਅਟੈਚੀ ਦੇ ਵਿੱਚ ਮਿਲੀ ਤੇ ਫਿਰ ਜਾਂਚ ਪੜਤਾਲ ਚੱਲੀ ਤੇ ਰੇਲਵੇ ਸਟੇਸ਼ਨ ਤੇ ਜਿਹੜੇ ਕੈਮਰੇ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਦੇਖਿਆ ਕਿ ਆਹ ਅਟੈਚੀ ਤਾਂ ਆਹ ਜੋੜਾ ਲੈ ਕੇ ਘੁੰਮਦਾ ਸੀਗਾ, ਉਦੋਂ ਇਹਦੇ ਵਿੱਚ ਲਾਸ਼ ਲੱਗਦੀ ਆ ਵੀ ਸੀ। ਸੋ ਇਹਨਾਂ ਨੂੰ ਫੜ ਲਿਆ ਗਿਆ। ਉਸ ਔਰਤ ਦੇ ਨਾਲ ਹੀ ਰਹਿੰਦੇ ਸੀਗੇ ਤੇ ਬੜੀ ਜਾਣੀ ਪਹਿਚਾਣੀ ਵੈਸੇ ਈਰਾਨ ਦੀ ਇਹ ਮਾਡਲ ਸੀਗੀ ਔਰਤ ਜਿਸ ਦਾ ਇਹ ਕਤਲ ਕੀਤਾ। ਹੁਣ ਕੀ ਹਾਲਾਤ ਬਣੇ ਨੇ, ਹੁਣ ਆਏ ਤਾਂ ਆਪਾਂ ਪੰਜਾਬ ਤੋਂ ਬਿਹਤਰ ਜੀਵਨ ਦੀ ਭਾਲ ਦੇ ਵਿੱਚ ਹਾਂ, ਲੇਕਿਨ ਕਿ ਇੱਦਾਂ ਦੇ ਕੰਮ ਵੀ ਨਵੇਂ ਸਾਲ ਦੇ ਵਿੱਚ ਵੀ ਦੇਖੋ ਜਾਰੀ ਨੇ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਜੁੜੇ। ਸਾਡੀ ਤੁਹਾਡੀ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ। ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ। ਮੈਨੂੰ ਸਤਪਾਲ ਸਿੰਘ ਜੌਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।